ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 20 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਗੁਰਬਾਣੀ ਵਿੱਚ ਜੋ ਸੰਤ ਸਾਧ ਮਹਾਂਪੁਰਖ ਬ੍ਰਹਮ ਗਿਆਨੀ ਆਦਿ ਸ਼ਬਦ ਆਉਂਦੇ ਨੇ, ਇਹ ਕਿਸ ਦੇ ਵਾਸਤੇ ਵਰਤੇ ਗਏ ਨੇ, ਕਿਹਨੂੰ ਸੰਤ ਕਿਹਾ ਗਿਆ, ਕਿਹਨੂੰ ਸਾਧੂ ਕਿਹਾ ਗਿਆ, ਕਿਹਨੂੰ ਮਹਾਂਪੁਰਖ ਕਿਹਾ ਗਿਆ, ਬ੍ਰਹਮ ਗਿਆਨੀ ਕੌਣ ਹੈ, ਇਹ ਸਾਰੇ ਵਿਸ਼ੇ ਦੇ ਵਿਚਾਰ ਸਾਂਝੀ ਕਰ ਰਿਹਾ। ਔਰ ਇਹ ਸਾਰੇ ਪੱਖ ਅਸੀਂ ਵਿਚਾਰ ਚੁੱਕੇ ਹਾਂ, ਮੈਂ ਉਹਨੂੰ ਦੁਹਰਾਉਣ ਦਾ ਕੋਈ ਫਾਇਦਾ ਨਹੀਂ। ਜਿੰਨੀ ਸਤਿਗੁਰੂ ਨੇ ਮੈਨੂੰ ਸੁਝੀ ਬਖਸ਼ੀ, ਉਹਦੇ ਮੁਤਾਬਕ ਗੁਰਬਾਣੀ ਦੇ ਪ੍ਰਮਾਣਾਂ ਨਾਲ ਮੈਂ ਜਿੰਨਾ ਕੁ ਲੱਭ ਸਕਿਆ, ਉਹ ਸਾਰੇ ਪੱਖ ਆਪ ਜੀ ਨਾਲ ਵਿਚਾਰ ਲਏ ਨੇ। ਮੈਂ ਤਾਂ ਨਹੀਂ ਕਹਿੰਦਾ ਕਿ ਹਰ ਪੱਖ ਵਿਚਾਰਿਆ ਗਿਆ, ਲੇਕਿਨ ਮੈਨੂੰ ਜਿੰਨੀ ਕੁ ਸੁਝੀ ਸਤਿਗੁਰੂ ਨੇ ਬਖਸ਼ੀ ਹੈ, ਮੈਂ ਆਪਣੀ ਸਮਰੱਥਾ ਅਨੁਸਾਰ ਸਾਰੇ ਵਿਚਾਰ ਲਏ ਨੇ। ਇੱਕ ਪੱਖ ਹੋਰ ਹੈ, ਉਹ ਇਹ ਕਿ ਬਹੁਤ ਸਾਰੀਆਂ ਸ਼ਖਸੀਅਤਾਂ ਗੁਰੂ ਸਾਹਿਬ ਦੇ ਸਮੇਂ ਹੋਈਆਂ ਨੇ ਕਿ ਗੁਰੂ ਸਾਹਿਬ ਨੇ ਕਿਸੇ ਨੂੰ ਸੰਤ ਦੀ ਪਦਵੀ ਦਿੱਤੀ, ਸੰਤ ਆਖਿਆ। ਜਦ ਇਹ ਸ਼ਬਦ ਵਰਤਿਆ ਗੁਰੂ ਵਾਸਤੇ ਜਾਂਦਾ ਸੀ, ਸਿੱਖ ਕੌਮ ਦੇ ਵਿੱਚ, ਦੂਜੀਆਂ ਕੌਮਾਂ 'ਚ ਹੋਰਾਂ ਵਾਸਤੇ ਵਰਤੇ ਜਾਂਦੇ ਹੋਣਗੇ, ਲੇਕਿਨ ਸਿੱਖ ਕੌਮ 'ਚ ਜਿਸ ਵੇਲੇ ਅਕਾਲ ਪੁਰਖ ਵਾਸਤੇ ਜਾਂ ਗੁਰੂ ਵਾਸਤੇ ਵਰਤਿਆ ਜਾਂਦਾ ਸੀ, ਉਸ ਵੇਲੇ ਕਿਸੇ ਹੋਰ ਨੂੰ ਸੰਤ ਕਹਿਣ ਦਾ ਮਤਲਬ ਹੀ ਨਹੀਂ। ਇਹਦਾ ਮਤਲਬ ਸਿੱਖ ਕੌਮ ਦੇ ਵਿੱਚ ਇਹ ਸੰਤ ਸਾਧ ਵਾਲਾ ਕਨਸੈਪਟ ਹੀ ਨਹੀਂ ਹੈ। ਗੁਰੂ ਸੰਤ ਹੈ, ਗੁਰੂ ਸਾਧੂ ਹੈ। ਗੁਰੂ ਅੱਜ ਵੀ ਪ੍ਰਕਾਸ਼ਮਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਜੋ ਲੜੀ ਚਲਾਈ ਗੁਰਗੱਦੀ ਅੱਗੋਂ ਬਖਸ਼ਿਸ਼ ਕਰਨ ਦੀ, ਉਹਨਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਥਾਪ ਕੇ ਦੂਜਾ ਨਾਨਕ ਬਣਾ ਦਿੱਤਾ ਸੀ। ਗੁਰੂ ਅੰਗਦ ਸਾਹਿਬ, ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰੂ ਜੀ ਨੂੰ ਗੁਰਗੱਦੀ ਥਾਪ ਕੇ ਗੁਰੂ ਨਾਨਕ ਵਾਲੀ ਤੀਜਾ ਨਾਨਕ ਬਣਾ ਦਿੱਤਾ ਸੀ ਗੁਰੂ ਅਮਰਦਾਸ ਸਾਹਿਬ। ਔਰ ਇਸ ਲੜੀ ਦੇ ਵਿੱਚ 10ਵੇਂ ਪਾਤਸ਼ਾਹ ਨੇ ਉਹੀ ਗੁਰਗੱਦੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ ਕੇ ਪੂਰਨ ਗੁਰੂ ਬਣਾ ਦਿੱਤਾ ਹੈ। ਪੂਰਨ ਗੁਰੂ ਨੇ ਗੁਰੂ ਨਾਨਕ ਸਾਖਸ਼ਾਤ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਨੇ। ਸਾਨੂੰ ਇਹ ਕੋਈ ਭਰਮ ਨਹੀਂ ਹੋਣਾ ਚਾਹੀਦਾ। ਸੋ ਸਿੱਖੀ ਦੇ ਵਿੱਚ ਗੁਰੂ ਤੋਂ ਸਿਵਾ ਜਾਂ ਅਕਾਲ ਪੁਰਖ ਤੋਂ ਸਿਵਾ ਕੋਈ ਇੰਡੀਵਿਜੂਅਲ ਸੰਤ ਦਾ ਕੋਈ ਕਨਸੈਪਟ ਨਹੀਂ। ਸਤ ਸੰਗਤ ਦਾ ਕਨਸੈਪਟ ਹੈ, ਉਹ ਸਾਰੀ ਸੰਤ ਹੈ। ਹੁਣ ਇਤਨੀਆਂ ਮਹਾਨ ਸ਼ਖਸੀਅਤਾਂ ਹੋਈਆਂ, ਕਿਸੇ ਨੂੰ ਵੀ ਅਸੀਂ ਪ੍ਰਮਾਣ ਦੇ ਤੌਰ 'ਤੇ ਵੇਖੀਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਿਨ੍ਹਾਂ 5 ਸਿੰਘਾਂ ਨੇ ਅਸੀਸ ਭੇਟ ਕੀਤੇ, ਜਿਨ੍ਹਾਂ ਨੂੰ ਅਸੀਂ 5 ਪਿਆਰੇ ਕਹਿੰਦੇ ਹਾਂ, ਉਹਨਾਂ ਨੂੰ ਕੀ ਕਿਹਾ ਕਿ ਯਾਦ ਕਰਨੇ ਆ? ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ। ਕਿਸੇ ਨੂੰ ਵੀ ਸੰਤ ਨਹੀਂ ਕਿਹਾ ਗਿਆ, ਨਾ ਕਿਸੇ ਨੂੰ ਮਹਾਂਪੁਰਖ ਕਿਹਾ ਗਿਆ, ਨਾ ਬ੍ਰਹਮ ਗਿਆਨੀ ਕਿਹਾ ਗਿਆ। ਹਾਂ, ਜਿਨ੍ਹਾਂ ਨੇ ਡੇਰੇ ਬਣਾਏ ਹੋਏ ਨੇ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਕਹਿ ਦਿੰਦੇ ਨੇ ਜੀ ਉਹ ਬ੍ਰਹਮ ਗਿਆਨੀ ਸਨ। ਨਾ ਤਾਂ ਉਹਨਾਂ ਦੇ ਨਾਲ ਡਿਗਰੀਆਂ ਲੱਗੀਆਂ, ਨਾ ਲਾਈਆਂ ਗਈਆਂ। ਅੱਜ ਵੀ ਅਸੀਂ ਭਾਈ ਦਇਆ ਸਿੰਘ ਜੀ ਕਹਿੰਦੇ ਹਾਂ, ਭਾਈ ਧਰਮ ਸਿੰਘ ਜੀ ਕਹਿੰਦੇ ਹਾਂ। ਉਹ ਆਪਣੀਆਂ ਗੱਦੀਆਂ ਨੂੰ, ਆਪਣੇ ਲੱਗੀਆਂ ਡਿਗਰੀਆਂ ਨੂੰ ਜਿਹੜੀਆਂ ਉਹਨਾਂ ਆਪੇ ਹੀ ਲਾ ਲਈਆਂ ਨੇ, ਉਹਨਾਂ ਨੂੰ ਜਸਟੀਫਾਈ ਕਰਨ ਲਈ, ਉਹਨਾਂ ਨੂੰ ਸੱਚਾ ਪ੍ਰਮਾਣਿਕ ਕਰਨ ਵਾਸਤੇ ਇਹ ਕਹਿ ਦਿੰਦੇ ਨੇ ਕਿ ਜੀ ਉਹ ਬ੍ਰਹਮ ਗਿਆਨੀ ਸਨ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ, ਜਿਨ੍ਹਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਕਰਾਈ, ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ, ਜਿਨ੍ਹਾਂ ਵਿੱਚ ਵਾਰਾਂ ਵੀ ਨੇ, ਕਵਿਤ ਵੀ ਨੇ, ਸਿੱਖ ਕੌਮ ਦੇ ਵਿੱਚ ਬੜੇ ਸਤਿਕਾਰ ਨਾਲ ਵਿਚਾਰੀਆਂ ਜਾਂਦੀਆਂ ਨੇ। ਬੇਸ਼ੱਕ ਇੱਕ ਗੱਲ ਸਾਨੂੰ ਸਪਸ਼ਟ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਨਾ ਤਾਂ ਗੁਰੂ ਪਦਵੀ ਪ੍ਰਾਪਤ ਹੈ, ਔਰ ਇੱਕ ਬੜਾ ਭਰਮ ਪਾ ਦਿੱਤਾ ਗਿਆ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਇੱਥੇ ਵਿਸ਼ਾ ਨਹੀਂ ਕਿ ਮੈਂ ਉਸ ਦੀ ਗਹਿਰਾਈ ਦੇ ਵਿੱਚ ਜਾਵਾਂ, ਲੇਕਿਨ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਈ ਗੁਰਦਾਸ ਜੀ ਸਿੱਖ ਕੌਮ 'ਚ ਬੜੀ ਸਨਮਾਨਿਤ ਸ਼ਖਸੀਅਤ ਸਨ ਵੀ ਅਤੇ ਅੱਜ ਵੀ ਹਨ। ਔਰ ਉਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਸਾਨੂੰ ਬਹੁਤ ਸਾਰੀ ਅਗਵਾਈ, ਗੁਰਬਾਣੀ ਨੂੰ ਸਮਝਣ ਲਈ ਸਪਸ਼ਟਤਾ ਜਿਹੜੀ ਹੈ ਉਹ ਮਿਲਦੀ ਹੈ। ਫਿਰ ਭਾਈ ਮਨੀ ਸਿੰਘ ਜੀ, ਜਿਨ੍ਹਾਂ ਕੋਲੋਂ ਜਿਹੜਾ ਹੁਣ ਸਾਡਾ ਮੌਜੂਦਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ,
ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਬਾਰਾ ਸੰਪਾਦਨਾ ਕੀਤੀ, ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਾਈ, ਉਹਨਾਂ ਕੋਲ ਲਿਖਾਇਆ। ਔਰ ਉਹਨਾਂ ਦੇ ਪਰਿਵਾਰ ਦੀ ਜਿੰਨੀ ਕਮਾਈ ਹੈ, ਜਿੰਨੀ ਘਾਲਣਾ ਹੈ, ਉਹਦਾ ਅਸੀਂ ਬਿਆਨ ਨਹੀਂ ਕਰ ਸਕਦੇ। ਇੱਥੇ ਵਿਸ਼ਾ ਵੀ ਨਹੀਂ ਮੈਂ ਉਹਦੀ ਗਹਿਰਾਈ ਚਾਹਾਂ, ਲੇਕਿਨ ਉਹਨਾਂ ਨੂੰ ਵੀ ਕੀ ਕਿਹਾ ਜਾ ਰਿਹਾ, ਭਾਈ ਮਨੀ ਸਿੰਘ ਜੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਕੀਤਾ ਦਰਬਾਰ ਸਾਹਿਬ ਦੇ ਵਿੱਚ ਬਾਬਾ ਬੁੱਢਾ ਜੀ, ਔਰ ਇਤਨੀ ਸਨਮਾਨਿਤ ਸ਼ਖਸੀਅਤ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲੇ ਆਉਂਦੇ ਨੇ। ਔਰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜਿਹੜੇ 5 ਗੁਰੂ ਸਾਹਿਬਾਨ ਨੂੰ ਗੁਰਗੱਦੀ ਦਿੱਤੀ ਗਈ, ਉਹ ਗੁਰਗੱਦੀ ਦੇਣ ਦੀ ਰਸਮ ਉਹਨਾਂ ਨੇ ਅਦਾ ਕੀਤੀ। ਕਿੰਨੀ ਵੱਡੀ ਸ਼ਖਸੀਅਤ ਹੋਏਗੀ। ਹਾਂ, ਅਸੀਂ ਬਾਬਾ ਲਫ਼ਜ਼ ਉਹਨਾਂ ਦੇ ਨਾਲ ਵਰਤਦੇ ਹਾਂ, ਬਾਬਾ ਬੁੱਢਾ ਜੀ ਕਹਿ ਦਿੰਦੇ ਹਾਂ। ਉਮਰ ਦੇ ਲਿਹਾਜ਼ ਨਾਲ ਇਤਨੀ ਵੱਡੀ ਆਯੂ ਉਹਨਾਂ ਨੇ ਭੋਗੀ। ਵੈਸੇ ਤਾਂ ਬਾਬਾ ਲਫ਼ਜ਼ ਜਿਹੜਾ ਸਿੱਖੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਾਸਤੇ ਰਿਜ਼ਰਵ ਹੈ, ਅਤੇ ਜਾਂ ਕਿਸੇ ਉਮਰ 'ਚ ਵੱਡੇ ਨੂੰ ਬਾਬਾ ਕਹਿੰਦੇ ਆ, ਉਸੇ ਸਦਕੇ ਜਿਹੜਾ ਬਾਬਾ ਬੁੱਢਾ ਜੀ ਕਿਹਾ ਜਾਂਦਾ ਹੈ। ਅੱਜ ਤਾਂ ਜਣਕਣਾ ਬਾਬਾ ਬਣਿਆ ਹੋਇਆ, ਔਰ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਹੋ ਰਹੀ ਹੈ। ਭਾਈ ਗੁਰਦਾਸ ਜੀ ਨੇ ਬੜਾ ਸਪਸ਼ਟ ਲਿਖਿਆ ਹੈ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਗੁਰੂ ਨਾਨਕ ਸਾਹਿਬ ਨੂੰ ਬਾਬਾ ਕਿਹਾ ਗਿਆ ਬਾਰ-ਬਾਰ। ਇਸ ਵਿਸ਼ੇ 'ਤੇ ਅਲੱਗ ਵੀ ਕਿਸੇ ਵੇਲੇ ਵਿਚਾਰ ਸਾਂਝੀ ਕਰਾਂਗਾ। ਫਿਰ ਇੱਕ ਹੋਰ ਬੜਾ ਵੱਡਾ ਸਿਧਾਂਤ ਹੈ, ਸਿੱਖ ਕੌਮ ਕਿਰਤੀਆਂ ਦੀ ਕੌਮ ਹੈ, ਵਿਹਲੜਾਂ ਦੀ ਕੌਮ ਨਹੀਂ। ਸਤਿਗੁਰੂ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ, ਫਰਮਾਇਆ, ਸਾਨੂੰ ਸਮਝਾਇਆ। ਪੰਜਵੇਂ ਨਾਨਕ ਦਾ ਫਰਮਾਨ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਹ ਪੈਕੇਜ ਹੈ। ਮਿਹਨਤ ਕਰਦਿਆਂ ਜੀਵਨ ਬਤੀਤ ਕਰਨਾ, ਕਮਾਈ ਕਰਦਿਆਂ ਸੁੱਖ ਮਿਲਦਾ, ਘਰ ਪਰਿਵਾਰ ਪਾਲੀਦਾ, ਬੱਚਿਆਂ ਨੂੰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਪਰਿਵਾਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ। ਇਸ ਕਰਕੇ ਸਤਿਗੁਰੂ ਦਾ ਉੱਦਮ ਕਰਦਿਆਂ ਜੀਵਨ ਬਤੀਤ ਕਰਨਾ ਹੈ, ਮਿਹਨਤੀ। ਮੇਰੇ ਗੁਰੂ ਨਾਨਕ ਸਾਹਿਬ ਵੱਡੀ ਉਮਰ ਦੇ ਵਿੱਚ ਵੀ ਕੀਰਤਪੁਰ ਸਾਹਿਬ ਦੇ, ਕਰਤਾਰਪੁਰ ਸਾਹਿਬ ਦੇ ਵਿੱਚ ਆਪਣੀ ਖੇਤੀ ਦਾ, ਵਾਹੀ ਦਾ ਕੰਮ ਕਰਦੇ ਸਨ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਮੋਦੀਖਾਨੇ 'ਚ ਨੌਕਰੀ ਕੀਤੀ, ਇੰਨਾ ਕੁ ਧਨ ਇਕੱਤਰ ਕੀਤਾ ਕਿ ਸੰਸਾਰ ਦੀ ਯਾਤਰਾ ਦੇ ਉੱਤੇ ਉਹ ਜਾ ਸਕਣ, ਸੰਸਾਰ ਨੂੰ ਸਹੀ ਰਾਹ 'ਤੇ ਪਾਉਣ ਲਈ। ਉੱਥੋਂ ਆ ਕੇ ਫਿਰ ਕੰਮ ਕਿਰਤ ਦੇ ਵਿੱਚ ਲੱਗ ਗਏ। ਦੂਸਰਾ ਪੈਕੇਜ ਦਾ ਦੂਸਰਾ ਹਿੱਸਾ ਕਿ ਇੱਕ ਤਾਂ ਹੈ ਕਿ ਮਿਹਨਤ ਕਰਨੀ ਹੈ, ਮਿਹਨਤੀ ਬਣਨਾ ਹੈ, ਕਮਾਈ ਕਰਨੀ ਹੈ। ਦੂਜਾ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਹੈ, ਧਿਆਇਂਦਿਆਂ ਤੂੰ ਪ੍ਰਭੂ ਮਿਲ। ਉੱਦਮ ਕਰਨ ਨਾਲ ਪਰਿਵਾਰ ਸੁਖੀ ਹੋਏਗਾ। ਉਸ ਅਕਾਲ ਪੁਰਖ ਦਾ ਸਿਮਰਨ ਕਰਨ ਦੇ ਨਾਲ ਉਸ ਅਕਾਲ ਪੁਰਖ ਨਾਲ ਮਿਲਾਪ ਹੋ ਜਾਏਗਾ ਅਤੇ ਜੀਵਨ ਸੁਖੀ ਹੋ ਜਾਏਗਾ। ਨਾਨਕ ਉਤਰੀ ਚਿੰਤ, ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਅੱਜ ਇੱਕ ਵਿਹਲੜਾਂ ਦੀ ਫੌਜ ਤਿਆਰ ਹੋ ਗਈ ਹੈ, ਜਿਹੜੇ ਆਪਣੇ ਆਪ ਨੂੰ ਸੰਤ ਕਹਿ ਰਹੀ ਹੈ ਅਤੇ ਬ੍ਰਹਮ ਗਿਆਨੀ ਅਤੇ ਮਹਾਂਪੁਰਖ ਕਹਿ ਰਹੀ ਹੈ। ਜੋ ਠੱਗੀ ਕਰਨ ਦਾ ਕੰਮ ਬ੍ਰਾਹਮਣ ਦਾ ਸੀ ਜਾਂ ਅੱਜ ਵੀ ਹੈ ਹਿੰਦੂ ਸਮਾਜ ਦੇ ਵਿੱਚ, ਉਹ ਕੰਮ ਇਹਨਾਂ ਨੇ ਸਿੱਖ ਕੌਮ 'ਚ ਸਾਂਭ ਲਿਆ। ਉਹਨਾਂ ਦਾ ਬਦਲਿਆ ਹੋਇਆ ਰੂਪ ਹੈ। ਅਸੀਂ ਬੜੀ ਮਾਨਤਾ ਦੇਈ ਜਾ ਰਹੇ ਹਾਂ। ਇਹਨਾਂ ਦੁਆਰਾ ਕੀ ਕੁਝ ਕੀਤਾ ਔਰ ਕਰਾਇਆ ਜਾ ਰਿਹਾ, ਉਹਦੀ ਥੋੜ੍ਹੀ ਜਿਹੀ ਵਿਚਾਰ ਕਰਕੇ ਵਿਸ਼ੇ ਨੂੰ ਸਮਾਪਤ ਕਰਾਂਗਾ ਮੈਂ। ਅੱਜ ਗੁਰਬਾਣੀ ਦੇ ਪ੍ਰਮਾਣਾਂ ਦਾ ਜਾਂ ਇਤਿਹਾਸਕ ਕਨਸੈਪਟ ਦਾ ਸਾਰਾ ਸੰਪੂਰਨ ਹੋ ਗਿਆ ਵਿਸ਼ਾ, ਲੇਕਿਨ ਕਿਵੇਂ ਗੁੰਮਰਾਹ ਕੀਤਾ ਜਾ ਰਿਹਾ ਸੰਗਤ ਨੂੰ, ਉਹ ਥੋੜ੍ਹੀ ਜਿਹੀ ਵਿਚਾਰ ਜਿਹੜੀ ਹੋਰ ਆਪ ਜੀ ਨਾਲ ਸਾਂਝੀ ਕਰਕੇ ਸਮਾਪਤ ਕਰਾਂਗਾ। ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।